सत श्री अकाल। आज आप करांगे गुरु नानक देव जी की रचना शब्द। किन्हां दी रचना गुरु नानक देव जी की है शब्द। करन तो पहला आपां गुरु नानक देव जी की शख्सियत बारे ते उन्हां दीयां रचनावां बारे जाणीए, क्योंकि इहदे विचों भी बहुत सारे क्वेश्चन आउंदे हन। जिवें कि तुहानूं सब नूं पता है कि गुरु नानक देव जी सिखां दे पहले गुरु सन ते उन्हां दा जन्म कदों होया सी? 15 अप्रैल 1469 ईस्वी के अंदर। कदों होया सी? 15 अप्रैल 1469 ईस्वी के अंदर। होया कित्थे? राय भोए दी तलवंडी, जो अजकल कित्थे है? पाकिस्तान विच है। इन्हां दे पिता जी का नाम की सी? मेहता कालू, अते माता जी का नाम सी तृप्ता देवी। अते इन्हां दे एक वड्डे भैन सन जिन्हां दा नाम सी बेबे नानकी। ते गुरु जी हमेशा मनुखी भलाई दे लई काम करते रहे। इन्हां ने बहुत सारिया उदासियां का अर्थ हुंदा है यात्रावां, जिवें कि इत्थे दिता भी है कि उदासियां का अर्थ की दिता है? यात्रावां। यानी कि इन्हां ने बहुत सारिया यात्रावां कीतियां ਅਤੇ ਜਿਹੜੇ ਭੁੱਲੇ ਹੋਏ ਲੋਕ ਸਨ ਉਹਨਾਂ ਨੂੰ ਸਿੱਧੇ ਰਾਹ ਪਾਉਣ ਦੀ ਕੋਸ਼ਿਸ਼ ਕੀਤੀ ਸੀ। ਇਹਨਾਂ ਦਾ ਵਿਆਹ ਹੋਇਆ ਬੀਬੀ ਸੁਲੱਖਣੀ ਜੀ ਨਾਲ, ਤੇ ਇਹਨਾਂ ਦੇ ਘਰ ਦੋ ਪੁੱਤਰਾਂ ਦੀ ਦਾਤ ਮਿਲੀ, ਬਾਬਾ ਸ਼੍ਰੀ ਚੰਦ ਜੀ ਅਤੇ ਬਾਬਾ ਲਖਮੀ ਦਾਸ ਜੀ। ਇਹ ਕੀ ਸਨ? ਇਹਨਾਂ ਦੇ ਦੋਵੇਂ ਪੁੱਤਰ ਸਨ। ਅਤੇ ਗੁਰੂ ਜੀ ਨੇ ਆਪਣਾ ਆਖਰੀ ਸਮਾਂ ਕਿੱਥੇ ਬਤੀਤ ਕੀਤਾ? ਕਰਤਾਰਪੁਰ ਦੇ ਅੰਦਰ। ਅਤੇ ਉਹ ਜੋਤੀ ਜੋਤ ਕਦੋਂ ਸਮਾਏ? 1539 ਈਸਵੀ ਵਿੱਚ। ਤੇ ਇਹਨਾਂ ਤੋਂ ਬਾਅਦ ਜਿਹੜੀ ਗੁਰਤਾ ਗੱਦੀ ਮਿਲੀ ਹੈ ਉਹ ਕਿਹਨਾਂ ਨੂੰ ਮਿਲੀ ਹੈ? ਭਾਈ ਲਹਿਣਾ ਜੀ ਨੂੰ। ਗੁਰਤਾ ਗੱਦੀ ਕਿਸ ਨੂੰ ਮਿਲੀ? ਭਾਈ ਲਹਿਣਾ ਜੀ ਨੂੰ ਮਿਲੀ ਹੈ। ਇਹਨਾਂ ਨੇ ਭਾਈ ਲਹਿਣਾ ਜੀ ਯਾਨੀ ਕਿ ਜਿਹੜੇ ਅੱਗੇ ਚੱਲ ਕੇ ਗੁਰੂ ਅੰਗਦ ਦੇਵ ਜੀ ਬਣੇ ਹਨ। ਤਾਂ ਇਹਨਾਂ ਦੀਆਂ ਰਚਨਾਵਾਂ ਸਨ ਜਪਜੀ ਸਾਹਿਬ, ਜਿਹੜੀ ਕਿ ਸ਼ਾਹ ਬਾਣੀ ਵੀ ਅਖਵਾਉਂਦੀ ਹੈ, ਯਾਨੀ ਕਿ ਸਭ ਤੋਂ ਪਹਿਲਾਂ ਜਿਹੜੀ ਬਾਣੀ ਦੀ ਰਚਨਾ ਹੋਈ ਜਪਜੀ ਸਾਹਿਬ, ਸਿੱਧਗੋਸ਼ਟ, ਸੋਦਰ ਸੋਹਿਲਾ, ਆਰਤੀ, ਦੱਖਣੀ ਓਂਕਾਰ, ਆਸਾ ਦੀ ਵਾਰ, ਮਲਾਰ ਤੇ ਮਾਝ ਦੀ ਵਾਰ, ਪੱਟੀ ਅਤੇ ਬਾਰਾਂਮਾਹ। ਇਹ ਜਿਹੜੀਆਂ ਰਚਨਾਵਾਂ ਸਨ ਕਿਹਨਾਂ ਦੀਆਂ ਨੇ? ਗੁਰੂ ਨਾਨਕ ਦੇਵ ਜੀ ਦੀਆਂ ਨੇ। ਇਹ ਰਚਨਾਵਾਂ ਜਿਹੜੀਆਂ ਨੇ ਗੁਰੂ ਨਾਨਕ ਦੇਵ ਜੀ ਦੀਆਂ ਨੇ। ਕਿਹੜੀਆਂ ਕਿਹੜੀਆਂ ਨੇ? ਜਪਜੀ ਸਾਹਿਬ, ਸਿੱਧਗੋਸ਼ਟ, ਸੋਦਰ ਸੋਹਿਲਾ, ਆਰਤੀ, ਦੱਖਣੀ ਓਂਕਾਰ, ਆਸਾ ਦੀ ਵਾਰ, ਮਲਾਰ ਤੇ ਮਾਝ ਦੀ ਵਾਰ, ਪੱਟੀ, ਬਾਰਾਂਮਾਹ। हाँ तो बच्चों, अज आप करने वाले हाँ आसा दी वार दे अंदरों सिमल रुख सरायरा सिरलेख हेठ अपनी कविता अज की दर्ज है। ते शब्द जिहड़े ने गुरु नानक देव जी दे लिखे हुए ने। किन्हां दे लिखे हुए ने? गुरु नानक देव जी दे। ये शब्द गुरु नानक देव जी दे लिखे हुए ने। ते अज दा जिहड़ा सिरलेख है वो है सिमल रुख सरायरा, यानी कि जिहड़े सिमल दा रुख हुंदा है ਉਹਨੂੰ ਜਿੰਨਾ ਮਰਜ਼ੀ ਪਾਲਿਆ ਜਾਏ ਤਾਂ ਹੁਣ ਇੱਥੇ ਆਪਾਂ ਉਹਦੀ ਹੀ ਗੱਲ ਕਰਾਂਗੇ, ਯਾਨੀ ਕਿ ਇਹਦੇ ਅੰਦਰ ਵੀ ਹੰਕਾਰ ਦੀ ਗੱਲ ਕੀਤੀ ਗਈ ਹੈ ਕਿ ਇੱਕ ਵੱਡਾ ਹੋਣਾ, ਵਾਢਾਕਾਰੀ ਹੋਣਾ, ਮੋਟਾ ਹੋਣਾ। ਤਾਂ ਆਪਾਂ ਉਹਦੇ ਬਾਰੇ ਅੱਜ ਜਾਣਕਾਰੀ ਪ੍ਰਾਪਤ ਕਰਨ ਜਾ ਰਹੇ ਹਾਂ। ਇੱਥੇ ਗੱਲ ਕਰਦੇ ਹਾਂ ਗੁਰੂ ਸਾਹਿਬ, ਸਿਮਲ ਰੁੱਖ ਸਰਾਇਰਾ ਅਤ ਦੀਰਘ ਅਤ ਮੁੱਚ। ਤੇ ਹੁਣ ਕੀ ਕਹਿੰਦੇ ਨੇ ਕਿ ਸਿਮਲ ਦਾ ਰੁੱਖ ਜਿਹੜਾ ਹੁੰਦਾ ਹੈ ਨਾ ਉਹ ਸਿੱਧਾ ਹੁੰਦਾ ਹੈ। ਕੀ ਹੁੰਦਾ ਹੈ? ਉਹ ਸਿੱਧਾ ਹੁੰਦਾ ਹੈ। ਅਤ ਦੀਰਘ, ਅਤ ਯਾਨੀ ਕਿ ਬਹੁਤ ਜ਼ਿਆਦਾ। ਦੀਰਘ ਦਾ ਮਤਲਬ ਹੁੰਦਾ ਲੰਬਾ ਅਤੇ ਮੁੱਚ ਦਾ ਮਤਲਬ ਹੁੰਦਾ ਮੋਟਾ। ਯਾਨੀ ਕਿ ਸਿਮਲ ਦਾ ਰੁੱਖ ਜਿਹੜਾ ਹੈ ਉਹ ਬਹੁਤ ਹੀ ਸਿੱਧਾ, ਅਤ ਦੀਰਘ ਬਹੁਤ ਹੀ ਲੰਬਾ, ਅਤ ਮੁੱਚ ਅਤੇ ਬਹੁਤ ਹੀ ਜ਼ਿਆਦਾ ਮੋਟਾ ਹੁੰਦਾ ਹੈ। ਓਏ ਜੋ ਜੇ ਆਵੈ ਆਸ ਕਰ ਜਾਏ ਨਿਰਾਸੇ ਕਿਤ। ਓਏ ਜੋ ਆਵੈ ਕਿ ਉਹ ਜਿਹੜਾ ਪਕਸ਼ੀ ਆਸ ਕਰਕੇ ਆਉਂਦਾ ਹੈ ਕਿ ਉਹਨੂੰ ਇਸ ਰੁੱਖ ਤੋਂ ਫਲ ਖਾਣ ਨੂੰ ਮਿਲਣਗੇ। ਜਾਏ ਨਿਰਾਸ਼ਾ ਕਿਤ, ਤੇ ਉਹ ਨਿਰਾਸ਼ ਹੋ ਕੇ ਪਿੱਛੇ ਪਰਤ ਜਾਂਦਾ ਹੈ। ਉਹ ਪਿੱਛੇ ਨਿਰਾਸ਼ ਹੋ ਕੇ ਕਿਉਂ ਪਰਤ ਜਾਂਦਾ ਹੈ? ਇੱਥੇ ਕੀ ਕਹਿੰਦੇ ਨੇ ਗੁਰੂ ਸਾਹਿਬ?
ਗੁਰੂ ਸਾਹਿਬ ਫਰਮਾਉਂਦੇ ਹਨ ਕਿ ਓਏ ਜੋ ਆਵੇ ਆਸ ਕਰ ਜਾਏ ਨਿਰਾਸ਼ਾ ਕਿਤ, ਕਿ ਜਿਹੜਾ ਆਸ ਕਰਕੇ ਆਉਂਦਾ ਹੈ ਉਸ ਤੋਂ ਨਿਰਾਸ਼ ਹੋ ਕੇ ਕਿਉਂ ਪਰਤ ਜਾਂਦਾ। ਇੱਥੇ ਪ੍ਰਸ਼ਨ ਕਰਦੇ ਨੇ ਤੇ ਫਿਰ ਉਹਦਾ ਆਨਸਰ ਦਿੰਦੇ ਨੇ, ਫਲ ਫਿੱਕੇ ਫੁੱਲ ਬਕਬਕੇ। ਕਿਉਂ ਪਰਤ ਜਾਂਦੇ ਨੇ? ਕਿਉਂਕਿ ਉਹਦੇ ਜਿਹੜੇ ਫਲ ਕੀ ਹੁੰਦੇ ਨੇ, ਫਿੱਕੇ ਹੁੰਦੇ ਨੇ, ਅਤੇ ਫੁੱਲ ਜਿਹੜੇ ਨੇ ਬਕਬਕੇ ਹੁੰਦੇ ਨੇ, ਭਾਵ ਕਿ ਬੇਸਵਾਦ ਹੁੰਦੇ ਨੇ। ਕੰਮ ਨਾ ਆਵੇ ਪੱਤ, ਕੰਮ ਨ ਆਵੇ ਕਿ ਕੰਮ ਵਿੱਚ ਨਹੀਂ ਆਉਂਦੇ, ਪੱਤ ਭਾਵ ਕਿ ਉਹਦੇ ਪੱਤੇ ਵੀ ਕਿਸੇ ਕੰਮ ਨਹੀਂ ਆਉਂਦੇ। ਹੁਣ ਸਿੰਮਲ ਦਾ ਰੁੱਖ ਜਿਹੜਾ ਇੰਨਾ ਵੱਡਾ ਹੈ, ਇੰਨਾ ਵੱਡ ਆਕਾਰੀ ਹੈ, ਮੋਟਾ ਹੈ, ਸਿੱਧਾ ਹੈ, ਤੇ ਉਹਦੇ ਉੱਤੇ ਜਿਹੜੇ ਪੰਛੀ ਨੇ ਆਸ ਕਰਕੇ ਆਉਂਦੇ ਨੇ, ਪਰ ਉਹ ਨਿਰਾਸ਼ ਹੋ ਕੇ ਕਿਉਂ ਪਰਤ ਜਾਂਦੇ ਨੇ? ਕਿਉਂ ਪਰਤਦੇ ਨੇ? ਕਿਉਂਕਿ ਫਲ ਫਿੱਕੇ, ਕਿ ਉਹਦੇ ਫਲ ਜਿਹੜੇ ਨੇ ਫਿੱਕੇ ਹੁੰਦੇ ਨੇ, ਯਾਨੀ ਕਿ ਖਾਣ ਦੇ ਉਹਨਾਂ ਦਾ ਕੋਈ ਸਵਾਦ ਨਹੀਂ ਹੁੰਦਾ। ਫੁੱਲ ਬਕਬਕੇ, ਤੇ ਜਿਹੜੇ ਉਹਦੇ ਫੁੱਲ ਹੁੰਦੇ ਨੇ ਉਹ ਵੀ ਕੀ ਹੁੰਦੇ ਨੇ? ਬਕਬਕੇ ਹੁੰਦੇ ਨੇ। ਫਲ ਫਿੱਕੇ ਫੁੱਲ ਬਕਬਕੇ, ਭਾਵ ਕਿ ਜਿਹੜੇ ਫੁੱਲ ਨੇ ਉਹਦੇ ਬੇਸਵਾਦ ਹਨ। ਅਤੇ ਕੰਮ ਨਾ ਆਵੇ ਪਤਾ, ਤੇ ਉਹਦੇ ਪੱਤੇ ਵੀ ਜਿਹੜੇ ਕਿਸੇ ਕੰਮ ਨਹੀਂ ਹੁੰਦੇ। ਵੇਖੋ ਹੁਣ ਹੰਕਾਰ ਹੈ ਨਾ, ਕਿ ਏਡਾ ਵਾਢਾਕਾਰੀ ਹੈ, ਲੇਕਿਨ ਉਹਦਾ ਕੋਈ ਵੀ ਪਾਰਟ ਜਿਹੜਾ ਹੈ ਉਹ ਕਿਸੇ ਲਈ ਵੀ ਕੋਈ ਵੀ ਫਾਇਦੇਮੰਦ ਨਹੀਂ ਹੋ ਰਿਹਾ। ਤੇ ਇਸੇ ਕਰਕੇ ਗੁਰੂ ਨਾਨਕ ਦੇਵ ਜੀ ਕੀ ਕਹਿੰਦੇ ਨੇ, ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤਰ। ਕੀ ਕਹਿੰਦੇ ਨੇ ਕਿ ਮਿੱਠਤ, ਮਿਠਾਸ ਹੈ ਕਾਹਦੇ 'ਚ? ਨੀਵਾਂ ਹੋ ਕੇ ਰਹਿਣਾ। ਗੁਣ ਚੰਗਿਆਈਆਂ ਤਤ, ਯਾਨੀ ਕਿ ਨੀਵਾਂ ਹੋ ਕੇ ਰਹਿਣ ਵਿੱਚ ਹੀ ਕੀ ਹੈ? ਮਿਠਾਸ ਹੈ। ਅਤੇ ਇਹੀ ਸਾਰੇ ਗੁਣਾਂ ਦਾ ਸਾਰ ਹੈ। ਯਾਨੀ ਕਿ ਜਿੰਨੇ ਵੀ ਅਸੀਂ ਚੰਗੇ ਗੁਣ ਧਾਰਨ ਕਰਨੇ ਚਾਹੁੰਦੇ ਹਾਂ, ਉਹਨਾਂ ਦੇ ਵਿੱਚ ਇੱਕੋ ਹੀ ਉਹਨਾਂ ਗੁਣਾਂ ਦਾ ਸਾਰ ਹੈ ਕਿ ਜੇ ਅਸੀਂ ਮਿੱਠਾ ਬੋਲਦੇ ਹਾਂ ਅਤੇ ਨੀਵੇਂ ਹੋ ਕੇ ਰਹਿੰਦੇ ਹਾਂ। ਤਾਂ ਇਹ ਸੀ ਸਾਡਾ ਇਹਦਾ ਪਹਿਲਾ ਪ੍ਰਸੰਗ। ਇਹਦਾ ਪ੍ਰਸੰਗ ਵੀ ਜਿਹੜਾ ਹੈ ਉਹ ਮੈਂ ਬਾਅਦ ਵਿੱਚ ਤੁਹਾਨੂੰ ਲਿਖ ਕੇ ਦੇ ਦਾਂਗਾ। ਬਾਅਦ ਵਿੱਚ ਲਿਖਦੇ ਹਾਂ ਆਪਾਂ, ਮੈਂ ਤੁਹਾਨੂੰ ਕਰਵਾ ਦਿੰਦਾ ਪ੍ਰਸੰਗ, ਵੈਸੇ ਬੋਲ ਕੇ ਕਰਵਾ ਦਿੰਦਾ ਕਿ ਇਹ ਕਾਵਿ ਟੋਟਾ ਸਾਡੀ ਪੰਜਾਬੀ ਦੀ ਪੁਸਤਕ ਸਾਹਿਤ ਕਿਰਣਾ ਭਾਗ 1 ਵਿੱਚ ਦਰਜ ਕਵਿਤਾ ਸਿੰਮਲ ਰੁੱਖ ਸਰਾਇਰਾ ਵਿੱਚੋਂ ਲਿਆ ਗਿਆ ਹੈ, ਜੋ ਬਾਣੀ ਗੁਰੂ ਨਾਨਕ ਦੇਵ ਜੀ ਦੀ ਹੈ। ਤੇ ਇਹ ਬਾਣੀ ਆਸਾ ਦੀ ਵਾਰ ਹੇਠ ਸਿਰਲੇਖ ਹੇਠ ਦਰਜ ਹੈ। ਤੇ ਇਹ ਬਾਣੀ ਕਿਹਦੇ ਵਿੱਚੋਂ ਲਈ ਗਈ ਹੈ? ਆਸਾ ਦੀ ਵਾਰ ਵਿੱਚੋਂ ਲਈ ਗਈ ਹੈ। ਧਿਆਨ ਰੱਖਣਾ, ਤੁਸੀਂ ਇਹਦਾ ਪ੍ਰਸੰਗ ਕਰ ਸਕਦੇ ਹੋ। ਹੁਣ ਕੀ ਕਹਿੰਦੇ ਨੇ ਕਿ ਨੀਵਾਂ, ਇੱਥੇ ਕੀ ਕਿਹਾ ਗੁਰੂ ਨਾਨਕ ਦੇਵ ਜੀ ਨੇ ਕਿ ਨੀਵਾਂ ਹੋ ਕੇ ਰਹਿਣਾ ਹੀ ਕੀ ਹੈ? ਸਾਰੇ ਗੁਣਾਂ ਦਾ ਸਾਰ ਹੈ। ਲੇਕਿਨ ਨੀਵਾਂ ਹੋਣ ਦੇ ਵੀ ਕਈ ਕਾਰਨ ਹਨ। ਨੀਵੇਂ ਹੋ ਕੇ ਤਾਂ ਲੋਕ ਰਹਿੰਦੇ ਨੇ, ਲੇਕਿਨ ਨੀਵਾਂ ਕਿਵੇਂ ਨੀਵਾਂ ਹੋਣਾ ਹੈ? ਕੀ ਕਹਿੰਦੇ ਨੇ? ਸਭ ਕੋ ਨਿਵੈ ਆਪ ਕੋ, ਪਰ ਕੋ ਨਿਵੈ ਨਾ ਕੋਏ। ਸਭ ਕੋ ਨਿਵੈ, ਯਾਨੀ ਕਿ ਸਾਰਿਆਂ ਦੇ ਅੱਗੇ ਝੁਕ ਜਾਂਦਾ ਹੈ। ਕਾਹਦੇ ਲਈ? ਆਪ ਕੋ, ਆਪਣੇ ਲਈ, ਯਾਨੀ ਕਿ ਆਪਣੇ ਫਾਇਦੇ ਲਈ ਮਨੁੱਖ ਜਿਹੜਾ ਹੈ ਸਾਰਿਆਂ ਦੇ ਅੱਗੇ ਝੁਕਦਾ ਰਹਿੰਦਾ ਹੈ। ਪਰ ਕੋ ਨਿਵੈ ਨਾ ਕੋਏ, ਹੁਣ ਦੂਸਰੇ ਦੇ ਲਈ ਕੋਈ ਵੀ ਝੁਕਣ ਲਈ ਤਿਆਰ ਨਹੀਂ ਹੈ। ਹੁਣ ਕੀ ਕਹਿੰਦੇ ਨੇ ਗੁਰੂ ਸਾਹਿਬ? ਕਹਿੰਦੇ ਨੇ ਸਭ ਕੋ ਨਿਵੈ ਆਪ ਕੋ, ਪਰ ਕੋ ਨਿਵੈ ਨਾ ਕੋਏ, ਕਿ ਸਾਰਿਆਂ ਦੇ ਅੱਗੇ ਆਪਣੇ ਫਾਇਦੇ ਲਈ ਤਾਂ ਮਨੁੱਖ ਝੁਕਦਾ ਹੈ, ਪਰ ਦੂਸਰੇ ਦੇ ਲਈ ਕੋਈ ਵੀ ਝੁਕਣ ਲਈ ਤਿਆਰ ਨਹੀਂ ਹੈ। ਕਿਸ ਤਰ੍ਹਾਂ? ਪਰ ਨੀਵਾਂ ਕੌਣ ਹੁੰਦਾ ਹੈ? ਧਰ ਤਰਾਜੂ ਤੋਲੀਆ ਨੀਵੈ ਸੋ ਗੌਰਾ ਹੋਏ। ਧਰ ਯਾਨੀ ਕਿ ਰੱਖ ਕੇ, ਕਿਹਦੇ ਅੰਦਰ? ਤਰਾਜੂ ਦੇ ਅੰਦਰ, ਯਾਨੀ ਕਿ ਤਕੜੀ ਦੇ ਅੰਦਰ। ਤੋਲੀਆ, ਜੇ ਤੋਲਿਆ ਜਾਏ। ਨੀਵੈ ਸੋ ਗੌਰਾ ਹੋਏ, ਤੇ ਕੀ ਕਹਿੰਦੇ ਕਿ ਜਿਹੜਾ ਨੀ ਹੋ ਜਾਂਦਾ ਹੈ ਨਾ, ਉਹ ਕੀ ਹੋ ਜਾਂਦਾ ਹੈ? ਗੌਰਾ। ਗੌਰਾ ਦਾ ਅਰਥ ਹੁੰਦਾ ਹੈ ਭਾਰਾ, ਭਾਵ ਕਿ ਉਹ ਭਾਰਾ ਹੁੰਦਾ ਹੈ ਜਿਹੜਾ ਨਿਉ ਜਾਂਦਾ ਹੈ। ਲੇਕਿਨ ਇੱਥੇ ਨਿਉਣ ਦਾ ਵੀ ਅਰਥ ਸਮਝਾਉਂਦੇ ਨੇ ਗੁਰੂ ਸਾਹਿਬ। ਕਹਿੰਦੇ ਨੇ ਅਪਰਾਧੀ ਦੂਣਾ ਨਿਵੇਂ, ਝੁਕਦੇ ਤੇ ਸਾਰੇ ਨੇ, ਲੇਕਿਨ ਇੱਕ ਹਿਸਾਬ ਦੇਖੋ ਕਿ ਅਪਰਾਧ ਕਰਨ ਵਾਲਾ ਦੂਣਾ ਨਿਵ ਜਾਂਦਾ ਹੈ, ਯਾਨੀ ਕਿ ਦੂਸਰਿਆਂ ਦਾ ਅਪਰਾਧ ਜਿਹੜਾ ਕਰਨ ਵਾਲਾ ਹੈ, ਅਪਰਾਧੀ ਮਨੁੱਖ ਹੈ, ਉਹ ਕੀ ਕਰਦਾ ਹੈ? ਦੂਣਾ ਝੁਕ ਜਾਂਦਾ ਹੈ। ਕਿਵੇਂ? ਜੋ ਹੰਤਾ ਮਿਰਗਾ ਹੈ, ਜਿਵੇਂ ਮਿਰਗ ਦੀ ਹੱਤਿਆ ਕਰਨ ਵਾਲਾ, ਭਾਵ ਕਿ ਸ਼ਿਕਾਰੀ ਜਿਹੜਾ ਹੈ, ਉਹ ਹਿਰਨ ਦੇ ਅੱਗੇ ਬਹੁਤ ਹੀ ਜ਼ਿਆਦਾ ਝੁਕ ਜਾਂਦਾ, ਭਾਵ ਕਿ ਬਿਲਕੁਲ ਜ਼ਮੀਨ ਦੇ ਥੱਲੇ ਨਾਲ ਲੱਗ ਜਾਂਦਾ ਹੈ। ਸੀਸ ਨਿਵਾਏ ਕੀ ਆਥੀ ਹੈ? ਕੀ ਕਹਿੰਦਾ ਕਿ ਸੀਸ ਤਾਂ ਉਹ ਵੀ ਨਿਵਾਉਂਦਾ ਹੈ,
ਕਿਹਦੇ ਅੱਗੇ ਨਿਭਾ ਰਿਹਾ, ਹਿਰਨ ਅੱਗੇ ਨਿਭਾ ਰਿਹਾ ਨਾ, ਕਿ ਹਿਰਨ ਨੂੰ ਲੁੱਕ ਕੇ ਮਾਰਨ ਦੀ ਕੋਸ਼ਿਸ਼ ਕਰ ਰਿਹਾ। ਬਹੁਤ ਨੀਵਾਂ ਹੋ ਗਿਆ, ਦੁਗਣਾ ਨੀਵਾਂ ਹੋ ਗਿਆ ਹੈ। ਪਰ ਜਾ ਹਿਰਦੈ ਕੁਸੱਦੇ ਜਾਹੇ, ਤੇ ਕੀ ਕਹਿੰਦਾ ਕਿ ਉਹ ਸੀਸ ਨਿਵਾਇਆ, ਭਾਵ ਕਿ ਸਿਰ, ਜਿਹੜਾ ਸਿਰ ਹੈ ਝੁਕਾਇਆ, ਕੀ ਕਰੇਗਾ ਜਦੋਂ ਹਿਰਦੈ ਕੁਸੱਦੇ ਜਾਹੇ। ਕੁਸੱਦੇ ਦਾ ਅਰਥ ਹੈ ਖੋਟੇ। ਹਿਰਦੇ ਭਾਵ ਕਿ ਮਨ ਦੇ ਅੰਦਰ, ਹਿਰਦੇ ਦਾ ਅਰਥ ਹੋ ਗਿਆ ਮਨ ਦੇ ਅੰਦਰ, ਅਤੇ ਕੁਸੁੱਦੇ ਦਾ ਅਰਥ ਕੀ ਹੋ ਗਿਆ, ਖੋਟੇ ਜਾਹੇ, ਭਾਵ ਕਿ ਜਦੋਂ ਉਹਦੇ ਦਿਲ ਦੇ ਅੰਦਰ ਖੋਟ ਹੈ, ਯਾਨੀ ਕਿ ਮਾੜੀ ਭਾਵਨਾ ਰੱਖ ਕੇ ਜਦੋਂ ਉਹ ਝੁਕ ਰਿਹਾ ਹੈ, ਤਾਂ ਉਹ ਕੀ ਝੁਕਣਾ ਵਿਅਰਥ ਹੈ। ਤਾਂ ਇਸੇ ਕਰਕੇ ਗੁਰੂ ਸਾਹਿਬ ਕੀ ਕਹਿੰਦੇ ਨੇ ਕਿ ਨਿਉ ਤਾਂ ਜ਼ਰੂਰ ਜਾਂਦਾ ਹੈ ਮਨੁੱਖ, ਲੇਕਿਨ ਜੇ ਉਹਦੀ ਭਾਵਨਾ ਚੰਗੀ ਨਹੀਂ ਹੈ ਤੇ ਉਸ ਨੀਵੇਂ ਹੋਣ ਦਾ ਕੋਈ ਵੀ ਫਾਇਦਾ ਨਹੀਂ ਹੈ। ਤਾਂ ਇਹ ਸੀ ਸਾਡੀ ਕਵਿਤਾ ਸਿੰਮਲ ਰੁੱਖ ਸਰਾਏਰਾ। ਠੀਕ ਹੈ ਜੀ। ਸਰਾਏਰਾ ਸ਼ਬਦ ਦਾ ਅਰਥ ਕੀ ਹੈ, ਸਿੱਧਾ। ਦੀਰਘ, ਅਤ ਦੀਰਘ, ਅਤ ਦਾ ਅਰਥ ਹੁੰਦਾ ਹੈ ਬਹੁਤ ਜ਼ਿਆਦਾ, ਦੀਰਘ ਯਾਨੀ ਕਿ ਬਹੁਤ ਲੰਮਾ, ਅਤ ਮੁੱਚ, ਮੁੱਚ ਦਾ ਮਤਲਬ ਹੁੰਦਾ ਮੋਟਾ। ਉਹ ਇਸ ਦੇ ਆਵ ਹੈ, ਯਾਨੀ ਕਿ ਉਹ ਜਿਹੜਾ ਆ ਜਾਂਦਾ ਹੈ, ਕੀ ਕਰਕੇ, ਆਸ ਕਰ, ਯਾਨੀ ਕਿ ਆਸ ਕਰਕੇ ਆ ਜਾਂਦਾ ਹੈ। ਜਾਏ ਨਿਰਾਸੇ ਕਿਤ, ਕਿਤ ਦਾ ਅਰਥ ਹੈ ਕਿਉਂ, ਕਿ ਉਹ ਨਿਰਾਸ਼ ਹੋ ਕੇ ਕਿਉਂ ਚਲਾ ਜਾਂਦਾ ਹੈ। ਕਿਉਂ ਚਲਾ ਜਾਂਦਾ ਹੈ, ਕਿਉਂਕਿ ਉਸ ਰੁੱਖ ਦੇ ਉੱਤੋਂ ਕੁਝ ਨਹੀਂ ਮਿਲਦਾ। ਕਿਉਂ ਨਹੀਂ ਮਿਲਦਾ, ਕਿ ਫਲ ਫਿੱਕੇ, ਕਿ ਉਹਦੇ ਜਿਹੜੇ ਫਲ ਨੇ ਉਹ ਤਾਂ ਫਿੱਕੇ ਹੁੰਦੇ ਆ, ਤੇ ਫੁੱਲ ਬੱਕੇ, ਤੇ ਜਿਹੜੇ ਉਹਦੇ ਫੁੱਲ ਨੇ ਉਹ ਵੀ ਕੀ ਨੇ, ਬੱਕੇ ਨੇ, ਉਹ ਵੀ ਖਾਣ ਦੇ ਲਾਇਕ ਨਹੀਂ, ਕੰਮ ਨਾ ਆਵੇ ਪੱਤ। ਤੇ ਜਿਹੜੇ ਉਹਦੇ ਪੱਤੇ ਨੇ ਉਹ ਵੀ ਕਿਸੇ ਕੰਮ ਨਹੀਂ ਆਉਂਦੇ। ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ। ਤਾਂ ਤੇ ਉੱਤੇ ਗੁਰੂ ਸਾਹਿਬ ਕੀ ਕਹਿੰਦੇ ਨੇ ਕਿ ਜਿਹੜੇ ਮਿੱਠਤ ਹੈ, ਨੀਵਾਂ ਹੋ ਕੇ ਰਹਿਣਾ ਹੈ, ਉਹ ਸਾਰੇ ਗੁਣਾਂ ਦਾ ਸਾਰ ਹੈ। ਮਿੱਠਾ ਬੋਲਣਾ ਅਤੇ ਨੀਵਾਂ ਹੋ ਕੇ ਰਹਿਣਾ। ਤੇ ਇਸੇ ਪ੍ਰਕਾਰ ਕੀ ਕਹਿੰਦੇ ਨੇ ਕਿ ਸਭ ਕੋ ਨੀਵਾਂ, ਯਾਨੀ ਕਿ ਨਿਉਣਾ ਵੀ ਦੇ ਵੀ ਦੋ ਤਰ੍ਹਾਂ ਦਾ ਨੀਵਾਂ ਹੈ, ਨਿਉ ਕੇ ਰਹਿਣਾ ਹੈ। ਇੱਕ ਤਾਂ ਕੀ ਹੈ, ਮਨ ਦੇ ਅਧੀਨ, ਯਾਨੀ ਕਿ ਮਨ ਵੀ ਨੀਵਾਂ ਹੋਏ, ਨਾ ਕਿ ਕੇਵਲ ਸਰੀਰ ਹੀ ਨੀਵਾਂ ਹੋ ਜਾਣਾ। ਹੁਣ ਇੱਥੇ ਉਹਨੂੰ ਵੀ ਸਮਝਾਉਂਦੇ ਹੋਏ ਗੁਰੂ ਸਾਹਿਬ ਕਹਿੰਦੇ ਨੇ ਸਭ ਕੋ ਨੀਵਾ ਆਪ ਕੋ, ਕਿ ਸਾਰਿਆਂ ਦੇ ਲਈ, ਸਾਰਿਆਂ ਦੇ ਸਾਹਮਣੇ ਤਾਂ ਨਿਉ ਜਾਂਦਾ ਮਨੁੱਖ, ਲੇਕਿਨ ਕਿਉਂ, ਕਾਹਦੇ ਵਾਸਤੇ, ਆਪਣੇ ਲਈ। ਪਰ ਕੋ ਨਿਵੈ ਨਾ ਕੋਇ, ਪਰ ਕੋ ਨਿਵੈ ਨਾ ਕੋਇ, ਦੂਸਰੇ ਦੇ ਅੱਗੇ ਕੋਈ ਵੀ ਨਹੀਂ, ਦੂਸਰੇ ਦੇ ਲਈ ਕੋਈ ਨਹੀਂ ਝੁਕਦਾ। ਧਰ ਤਰਾਜੂ ਤੋਲੀਆ ਨੀਵੈ ਸੋ ਗੌਰਾ ਹੋਏ, ਕਿ ਜਦੋਂ ਕਿਸੇ ਵਸਤੂ ਨੂੰ ਤਰਾਜੂ ਦੇ ਅੰਦਰ ਰੱਖ ਕੇ ਤੋਲਿਆ ਜਾਏ, ਜਿਹੜਾ ਭਾਰਾ ਹੁੰਦਾ ਹੈ, ਭਾਵ ਕਿ ਜਿਹਦੇ ਅੰਦਰ ਗੁਣ ਹੁੰਦੇ ਹਨ, ਉਹ ਝੁਕ ਜਾਂਦਾ ਹੈ, ਤੇ ਹੰਕਾਰ ਦੇ ਵਸ ਹੋ ਕੇ ਮਨੁੱਖ ਜਿਹੜਾ ਹੈ ਉੱਤੇ ਵੱਡ ਆਕਾਰੀ, ਉੱਚਾ ਹੋ ਕੇ ਦਿਖਣ ਦੀ ਕੋਸ਼ਿਸ਼ ਕਰਦਾ ਹੈ। ਅਪਰਾਧੀ ਦੂਣਾ ਨਹੀਂ, ਲੇਕਿਨ ਕੀ ਕਹਿੰਦੇ ਨੇ ਕਿ ਇੱਕ ਅਪਰਾਧ ਕਰਨ ਵਾਲਾ ਮਨੁੱਖ ਹੈ, ਪਾਪ ਕਰਨ ਵਾਲਾ ਮਨੁੱਖ ਹੈ, ਉਹ ਕੀ ਕਰਦਾ, ਦੋ ਗੁਣਾ ਨੀਵਾਂ ਹੋ ਜਾਂਦਾ ਹੈ। ਜੋ ਹੰਤਾ ਮਿਰਗਾ ਹੈ, ਕਿ ਜਿਵੇਂ ਮ੍ਰਿਗ ਦੀ ਹੱਤਿਆ ਕਰਨ ਵਾਲਾ, ਭਾਵ ਕਿ ਹਿਰਨ ਦੀ ਹੱਤਿਆ ਕਰਨ ਵਾਲਾ ਸ਼ਿਕਾਰੀ ਜਿਹੜਾ ਹੈ ਉਹ ਦੁਗਣਾ ਝੁਕ ਜਾਂਦਾ ਹੈ। ਸੀਸ ਨਿਵਾਏ ਕਿਆ ਥੀ ਹੈ, ਲੇਕਿਨ ਕੀ ਕਹਿੰਦੇ ਨੇ ਕਿ ਉਹ ਝੁਕਿਆ ਤਾਂ ਹੋਇਆ ਨਾ, ਉਹ ਵੀ ਹੁਣ ਆਪਾਂ ਉਹਨੂੰ ਕੀ ਕਹਿ ਸਕਦੇ ਹਾਂ ਕਿ ਉਹਦੇ ਚ ਗੁਣਾ ਦਾ ਸਾਰ ਹੈ, ਯਾਨੀ ਕਿ ਗੁਣਾ ਦਾ ਤੱਤ ਹੈ ਉਹਦੇ ਅੰਦਰ, ਕਿ ਉਹਨੇ ਨੀਵੇਂ ਹੋਣ ਨੂੰ ਅਪਣਾ ਲਿਆ, ਨਹੀਂ। ਸੀਸ ਨਿਵਾਇਆ ਕਿਆ ਥੀ ਹੈ, ਕਿ ਸੀਸ ਨਿਵਾਇਆ ਉੱਥੇ ਕੀ ਕਰੇਗਾ, ਜਾਂ ਹਿਰਦੈ ਕੁਸੁੱਦੇ ਜਾਹੇ, ਕਿ ਜਦੋਂ ਸੀਸ ਨਿਵਾਇਆ ਉਹ ਕੀ ਕਰ ਸਕਦਾ ਹੈ, ਜਦੋਂ ਉਹਦੇ ਮਨ ਦੇ ਅੰਦਰ ਹੀ ਕੀ ਹੈ, ਖੋਟ ਹੈ, ਭਾਵ ਕਿ ਉਹਦੇ ਮਨ ਦੇ ਅੰਦਰ ਤਾਂ ਲਾਲਚ ਛੁਪਿਆ ਹੋਇਆ ਹੈ। ਕਾਹਦਾ ਲਾਲਚ ਛੁਪਿਆ ਹੋਇਆ ਹੈ, ਹਿਰਨ ਨੂੰ ਮਾਰਨ ਦਾ। ਤਾਂ ਇਹ ਕਵਿਤਾ ਦਾ ਸਾਰ ਸੀ। ਆਪਾਂ ਅੱਗੇ ਦੇ ਪ੍ਰਸ਼ਨਾਂ ਦੇ ਉੱਤਰ ਵੀ ਕਰਾਂਗੇ। ਵੀਡੀਓ ਨੂੰ ਧਿਆਨ ਨਾਲ ਦੇਖੋ ਅਤੇ ਪ੍ਰਸੰਗ ਸਹਿਤ ਵਿਆਖਿਆ ਕਰਨ ਦੀ ਕੋਸ਼ਿਸ਼ ਕਰੋ।